ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗੋ ਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 228 ਅੰਗ ਤੱਕ ਪਹੁੰਚ ਚੁੱਕੇ ਸੀ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ ਸਦਕਾ ਅੱਜ ਆਪਾਂ 228 ਅੰਗ 'ਤੇ ਹੀ ਵਿਚਾਰ ਕਰਾਂਗੇ। ਇਸ ਵਿੱਚ ਗੌੜੀ ਮਹੱਲਾ ਪਹਿਲਾ, ਗੌੜੀ ਬਾਣੀ ਜੋ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਹੈ, ਉਸ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ। ਰਾਮ ਨਾਮ ਚਿੱਤ ਰਾਪੈ ਜਾਕਾ, ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ। ਉਪਜੰਪ ਦਰਸ਼ਨ ਕੀਜੇ ਤਾਕਾ, ਉਸ ਦਾ ਦਰਸ਼ਨ ਨਿੱਤ ਸਵੇਰੇ ਉੱਠਦਿਆਂ ਹੀ ਕਰਨਾ ਚਾਹੀਦਾ ਹੈ। ਅਜਿਹੇ ਸੁਭਾਗੇ ਮਨੁੱਖ ਦੀ ਸੰਗਤ ਨਾਲ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ। ਰਾਮ ਨਾਮ ਜਪੋ ਅਭਾਗ ਤੁਮਾਰਾ, ਜੇ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਤਾਂ ਇਹ ਤੁਹਾਡੀ ਬਦਕਿਸਮਤੀ ਹੈ। ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ, ਪਰਮਾਤਮਾ ਪ੍ਰਭੂ ਸਦਾ ਤੋਂ ਹੀ ਸਾਨੂੰ ਸਭ ਜੀਵਾਂ ਨੂੰ ਦਾਤਾਂ ਦਿੰਦਾ ਚਲਾ ਆ ਰਿਹਾ ਹੈ। ਅਜਿਹੇ ਦਾਤੇ ਨੂੰ ਭੁਲਾਣਾ ਮੰਗ ਭਾਗਾ ਭਾਵ ਮੰਦ ਭਾਗਤਾ ਹੈ। ਮੰਦ ਭਾਗਾਂ ਵਾਲਾ ਜੇ ਇਹੋ ਜਿਹੇ ਦਾਤੇ ਨੂੰ ਵਿਸਾਰਨਾ ਜਾਂ ਭੁਲਾਣਾ। ਰਹਾਉ ਰੁਕ ਜਾਣਾ। ਗੁਰਮਤਿ ਰਾਮ ਜਪੇ ਜਨ ਪੂਰਾ, ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪੂਰਨ ਹੋ ਜਾਂਦਾ ਹੈ। ਉਸ ਦਾ ਮਨ ਮਾਇਆ ਦੇ ਮੋਹ ਵਿੱਚ ਅਡੋਲਦਾ ਨਹੀਂ। ਤਿਤ ਘਟ ਅਨਹਤ ਬਾਜੇ ਤੁਰਾ, ਉਸ ਦੇ ਹਿਰਦੇ ਵਿੱਚ ਖੜਾਓ ਬਣਿਆ ਰਹਿੰਦਾ ਹੈ। ਮਾਨੋ ਇੱਕ ਰਸ ਤੁਰਮਾ ਆਦਿਕ ਵਾਜੇ ਵੱਜਦੇ ਰਹਿੰਦੇ ਹਨ। ਜੋ ਜਨ ਰਾਮ ਭਗਤ ਹਰ ਪਿਆਰ, ਜਿਹੜੇ ਬੰਦੇ ਹਰ ਪਰਮਾਤਮਾ ਦੀ ਭਗਤੀ ਦੇ ਪਿਆਰ ਵਿੱਚ ਜੁਟੇ ਰਹਿੰਦੇ ਹਨ। ਸੇ ਪ੍ਰਭ ਰਾਖੈ ਕਿਰਪਾ ਧਾਰ, ਉਹਨਾਂ ਨੂੰ ਪ੍ਰਭੂ ਨੇ ਮਿਹਰ ਕਰਕੇ ਹਉਮੈ ਆਦਿਕ ਤੋਂ ਬਚਾ ਲਿਆ ਹੈ। ਜਿਨ ਕੈ ਹਿਰਦੇ ਹਰ ਹਰ ਸੋਈ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਉਹ ਦਇਆਨੰਦ ਪਰਮਾਤਮਾ ਵਸਦਾ ਹੈ। ਤਿਨਕਾ ਦਰਸ ਪਰਸ ਸੁਖ ਹੋਈ, ਉਹਨਾਂ ਦਾ ਦਰਸ਼ਨ ਕੀਤਿਆਂ ਆਤਮਿਕ ਆਨੰਦ ਮਿਲਦਾ ਹੈ। ਸਰਬ ਜੀਆ ਮਹਿ ਏਕੋ ਰਵੈ, ਸਭ ਜੀਵਾਂ ਦੇ ਅੰਦਰ ਇੱਕ ਪਰਮਾਤਮਾ ਹੀ ਵਿਆਪਕ ਹੈ। ਮਨ ਮੁਖ ਹੰਕਾਰੀ ਫਿਰ ਜੂਨੀ ਭਵੈ, ਪਰ ਮਨ ਦਾ ਮਰੀਦ ਮਨੁੱਖ ਇਸ ਗੱਲ ਨੂੰ ਨਹੀਂ ਸਮਝਦਾ। ਉਹ ਇਹਨਾਂ ਵਿੱਚ ਰੱਬ ਵਸਦਾ ਨਹੀਂ ਵੇਖਦਾ। ਉਹ ਜੀਵਾਂ ਨਾਲ ਹੰਕਾਰ ਭਰਿਆ ਵਰਤਾਓ ਕਰਦਾ ਹੈ ਅਤੇ ਮੁੜ ਮੁੜ ਜੂਨਾਂ ਵਿੱਚ ਭਟਕਦਾ ਹੈ। ਸੋ ਬੂਝੈ ਜੋ ਸਤਿਗੁਰੂ ਪਾਏ, ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਹ ਸਮਝ ਲੈਂਦਾ ਹੈ ਕਿ ਸਭ ਜੀਵਾਂ ਵਿੱਚ ਪਰਮਾਤਮਾ ਹੀ ਵਸਦਾ ਹੈ। ਇਸ ਵਾਸਤੇ ਹਉਮੈ ਮਾਰੈ ਗੁਰ ਸ਼ਬਦੇ ਪਾਏ, ਉਹ ਆਪਣੇ ਅੰਦਰੋਂ ਹਉਮੈ ਮਾਰਦਾ ਹੈ ਅਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਪਰਮਾਤਮਾ ਦਾ ਮੇਲ ਪ੍ਰਾਪਤ ਕਰ ਲੈਂਦਾ ਹੈ। ਅਰਧ ਉਰਧ ਕੀ ਸੰਧ ਕਿਉਂ ਜਾਣੈ, ਸਿਮਰਨ ਤੋਂ ਵਾਂਝੇ ਰਿਹਾ ਮਨੁੱਖ ਨੂੰ ਜੀਵਾਤਮਾ ਅਤੇ ਪਰਮਾਤਮਾ ਦਾ ਮਿਲਾਪ ਦੀ ਪਛਾਣ ਨਹੀਂ ਆਉਂਦੀ। ਗੁਰਮੁਖ ਸੰਧ ਮਿਲੇ ਮਨ ਮਾਨੈ, ਉਹੀ ਪਛਾਣਦਾ ਹੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਮਿਲਦਾ ਹੈ ਅਤੇ ਉਸ ਦਾ ਮਨ ਸਿਮਰਨ ਵਿੱਚ ਗਿੱਝ ਜਾਂਦਾ ਹੈ। ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਹੇ ਪ੍ਰਭੂ ਅਸੀਂ ਜੀਵ ਵਿਕਾਰੀ ਹਾਂ, ਗੁਣਹੀਨ ਹਾਂ। ਆਪਣਾ ਨਾਮ ਸਿਮਰਨ ਦਾ ਗੁਣ ਨੂੰ ਤੂੰ ਆਪ ਹੀ ਸਾਨੂੰ ਬਖਸ਼, ਭਾਵ ਆਪਣੇ ਗੁਣ ਤੂੰ ਆਪ ਹੀ ਬਖਸ਼। ਅਸੀਂ ਪਾਪੀ ਹਾਂ, ਅਸੀਂ ਨਿਰਗੁਣ ਹਾਂ, ਸਾਡੇ 'ਚ ਕੋਈ ਗੁਣ ਨਹੀਂ ਹੈ। ਅਸੀਂ ਵਿਕਾਰੀ ਹਾਂ, ਗੁਣਹੀਨ ਹਾਂ, ਮਤਲਬ ਕਿ ਗੁਣ ਨਾ ਹੋਣਾ। ਮਾਲਕਾ ਤੂੰ ਆਪਣੀ ਬਖਸ਼ਿਸ਼ ਕਰਕੇ ਸਾਡੇ 'ਚ ਗੁਣ ਬਖਸ਼। ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ, ਨਾਨਕ ਆਖਦਾ ਹੈ ਕਿ ਹੇ ਪ੍ਰਭੂ ਤੂੰ ਦਿਆਲ ਹੋ ਕੇ
ਜਦੋਂ ਨਾਮ ਦੀ ਦਾਤ ਬਖਸ਼ਦਾ ਹੈ ਤਦੋਂ ਤੇਰੇ ਦਾਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। 16 ਅਸ਼ਟਪਦੀਆਂ ਗੁਰੇਰੀ ਮਹੱਲਾ ਗੁਰੇੜੀ ਕੀਆ। 16 ਅਸ਼ਟਪਦੀਆਂ ਗੁਰੇਰੀ ਗੋੜੀ ਕੀਆ। ਉੱਪਰ ਰਾਗ ਗੁਰੇਰੀ ਗੋੜੀ ਦੇ 8 ਪੱਦਾਂ ਵਾਲੇ ਬੰਦ ਹਨ। 16 ਬੰਦ ਹਨ। ਗੋੜੀ ਬੈਰਾਗਣ ਮਹੱਲਾ ਪਹਿਲਾ। ਰਾਗ ਗੋੜੀ ਬੈਰਾਗਣ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਨਾਨਕ ਸਾਹਿਬ ਜੀ ਇਸ ਵਿੱਚ ਆਪਾਂ ਨੂੰ ਕੀ ਸਮਝਾਉਂਦੇ ਹਨ। ਏਕ ਓਂਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ ਅਤੇ ਉਹ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਜੋ ਗਾਈ ਕੋ ਗੋਈ ਇਲੀ ਰਾਖੈ ਕਰ ਸਾਰਾ, ਅਹਨਸ ਪਾਲੈ ਰਾਖ ਲੇ ਆਤਮ ਸੁਖ ਧਾਰਾ। ਜਿਵੇਂ ਗਵਾਲਾ ਗਾਈਆ ਦੀ ਰਾਖੀ ਕਰਦਾ ਹੈ, ਤਿਵੇਂ ਤੂੰ ਸੰਭਾਲ ਕਰਕੇ ਜੀਵਾਂ ਦੀ ਰਾਖੀ ਕਰਦਾ ਹੈ। ਤੂੰ ਦਿਨ ਰਾਤ ਜੀਵਾਂ ਨੂੰ ਪਾਲਦਾ ਹੈ, ਰਾਖੀ ਕਰਦਾ ਹੈ ਅਤੇ ਆਤਮਿਕ ਸੁੱਖ ਬਖਸ਼ਦਾ ਹੈ। ਗਵਾਲਾ ਹੁੰਦਾ ਜਿਹੜਾ ਗਊਆਂ ਚਾਰਨ ਵਾਲਾ, ਜਿਵੇਂ ਗਾਈਆਂ ਦੀ ਰਾਖੀ ਕਰਦਾ, ਉਸੇ ਤਰ੍ਹਾਂ ਗੁਰੂ ਸਾਹਿਬ ਜੀ ਤੁਸੀਂ ਵੀ ਸਾਡੀ ਰੱਖਿਆ ਕਰਦੇ ਹੋ, ਸਾਨੂੰ ਪਾਲਦੇ ਹੋ ਅਤੇ ਸਾਨੂੰ ਆਤਮ ਸੁੱਖ ਬਖਸ਼ਦੇ ਹੋ, ਸਾਡੀ ਰਾਖੀ ਕਰਦੇ ਹੋ। ਏਤ ਓਤ ਰਾਖੋ ਦੀਨ ਦਿਆਲਾ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ, ਲੋਕ ਪਰਲੋਕ ਵਿੱਚ ਮੇਰੀ ਰੱਖਿਆ ਕਰ। ਤੋ ਸਰਨਾਗਤ ਨਦਰ ਨਿਹਾਲਾ ਰਹਾਓ, ਮੈਂ ਤੇਰੀ ਸ਼ਰਨ ਆਇਆ ਹਾਂ, ਮੇਰ ਦੀ ਨਿਗਾਹ ਨਾਲ ਮੇਰੇ ਵੱਲ ਵੇਖ ਰਹਾਓ। ਰੁਕ ਜਾਣਾ ਜੈ ਦੇਖੋ ਤਹਿ ਰਵ ਰਹੇ, ਰੱਖ ਰੱਖਣ ਹਾਰਾ। ਹੇ ਰੱਖਣਹਾਰ ਪ੍ਰਭੂ, ਮੈਂ ਜਿੱਧਰ ਤੱਕਦਾ ਹਾਂ ਉੱਧਰ ਹੀ ਹਰ ਥਾਂ ਤੂੰ ਮੌਜੂਦ ਹੈ ਅਤੇ ਸਭ ਦਾ ਰਾਖਾ ਹੈ। ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਭੋਗਣ ਵਾਲਾ ਹੈ। ਤੂੰ ਆਪ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈ। ਕਿਰਤ ਪਾਇਆ ਅਧ ਉਦਰੀ, ਬਿਨ ਗਿਆਨ ਵਿਚਾਰਾ। ਇਸ ਗਿਆਨ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਤਾਲ ਵਿੱਚ ਡਿੱਗਦਾ ਹੈ ਅਤੇ ਕਦੇ ਆਕਾਸ਼ ਵਿੱਚ ਚੜ੍ਹਦਾ ਹੈ, ਕਦੇ ਦੁਖੀ ਅਤੇ ਕਦੇ ਸੁਖੀ। ਬਿਨ ਉਪਮਾ ਜਗਦੀਸ਼ ਕੀ, ਬਿਨਸੇ ਨਾ ਅੰਧਿਆਰਾ। ਪ੍ਰਭੂ ਦੀ ਸਿਫਤ ਸਲਾਹ ਕਰਨ ਤੋਂ ਬਿਨਾਂ ਜੀਵ ਦੀ ਅਗਿਆਨਤਾ ਮਿਟਦੀ ਨਹੀਂ। ਭਾਵ ਪ੍ਰਭੂ ਦੀ ਬਾਣੀ ਵਿੱਚ ਜੁੜਿਆਂ, ਗੁਰੂ ਦੀ ਮੱਤ ਲਿਆਂ ਜੀਵ ਦੀ ਅਗਿਆਨਤਾ ਭਾਵ ਅੰਧੇਰਾ ਜਿਹੜਾ ਉਹ ਮਿਟਦਾ ਨਹੀਂ। ਗਿਆਨ ਸੂਝੀ ਆਉਂਦੀ ਨਹੀਂ ਜਦੋਂ ਤੱਕ ਗੁਰੂ ਸਾਹਿਬ ਦੇ ਗਿਆਨ ਵਿੱਚ ਨਹੀਂ ਜੁੜ ਜਾਂਦੇ, ਗੁਰੂ ਦੀ ਮੱਤ 'ਤੇ ਨਹੀਂ ਚੱਲਦੇ। ਜਗ ਬਿਨਸਤ ਹਮ ਦੇਖਿਆ, ਲੋਭੈ ਹੰਕਾਰਾ। ਨਿਤ ਦੇਖੀਦਾ ਹੈ ਕਿ ਜਗਤ ਦੇ ਲੋਭ ਅਤੇ ਹੰਕਾਰ ਦੇ ਵੱਸ ਹੋ ਕੇ ਆਤਮਕ ਮੋਤੇ ਮਰਦੇ ਰਹਿੰਦੇ ਹਨ। ਗੁਰ ਸੇਵਾ ਪ੍ਰਭ ਪਾਇਆ, ਸੱਚ ਮੁਕਤ ਦੁਆਰਾ। ਗੁਰੂ ਦੀ ਦਸੀ ਸੇਵਾ ਕੀਤਿਆਂ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ ਅਤੇ ਲੋਭ ਹੰਕਾਰ ਤੋਂ ਖਲਾਸੀ ਦਾ ਰਸਤਾ ਲੱਭ ਪੈਂਦਾ ਹੈ। ਨਿਜ ਕਰ ਮਹਿਲ ਅਪਾਰ ਕੋ ਪਰੰਪਰ ਸੋਈ। ਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪ ਵਿੱਚ ਹੈ। ਉਹ ਪ੍ਰਭੂ ਲੋਭ ਹੰਕਾਰ ਆਦਿਕ ਦੇ ਪ੍ਰਭਾਵ ਤੋਂ ਪਰੇ ਹੈ। ਬਿਨ ਸ਼ਬਦੇ ਥਿਰ ਕੋ ਨਾਹੀ, ਦੂਜੇ ਸੁਖ ਹੋਈ। ਕੋਈ ਵੀ ਜੀਵ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾਂ ਉਸ ਸਰੂਪ ਵਿੱਚ ਸਦਾ ਟਿਕਵਾਂ ਨਹੀਂ ਹੋ ਸਕਦਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਨੂੰ ਆਤਮਕ ਆਨੰਦ ਮਿਲਦਾ ਹੈ। ਕਿਆ ਲੈ ਆਇਆ ਲੈ ਜਾਏ, ਕਿਆ ਫਾਸੈ ਜਮ ਜਾਲਾ। ਹੇ ਜੀਵ, ਨਾ ਤੂੰ ਕੋਈ ਧਨ ਪਦਾਰਥ ਆਪਣੇ ਨਾਲ ਲੈ ਕੇ ਜਗਤ ਵਿੱਚ ਆਇਆ ਸੀ ਅਤੇ ਨਾ ਹੀ ਇੱਥੋਂ ਕੋਈ ਮਾਲ ਧਨ ਲੈ ਕੇ ਜਾਵੇਂਗਾ। ਵਿਅਰਥ ਹੀ ਮਾਇਆ ਦੇ ਮੋਹ ਦੇ ਕਾਰਨ ਜਮ ਦੇ ਜਾਲ ਵਿੱਚ ਫਸ ਰਿਹਾ ਹੈ। ਡੋਲ ਬੱਧਾ ਕਸ ਜੇਵਰੀ, ਆਕਾਸ ਪਤਾਲਾ। ਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ
ਕਦੇ ਖੂਹ ਦੇ ਵਿੱਚ ਜਾਂਦਾ ਹੈ, ਕਦੇ ਬਾਹਰ ਆਉਂਦਾ ਹੈ। ਕਦੇ ਬਾਹਰ ਆ ਜਾਂਦਾ, ਕਦੇ ਵਿੱਚ ਚਲਾ ਜਾਂਦਾ ਰੱਸੀ ਨਾਲ ਬੱਝਿਆ ਡੋਲ। ਤਿਵੇਂ ਤੂੰ ਕਦੇ ਆਕਾਸ਼ ਵਿੱਚ ਚੜ੍ਹਦਾ ਹੈ, ਕਦੇ ਪਤਾਲ ਵਿੱਚ ਡਿੱਗਦਾ ਹੈ। ਗੁਰਮਤਿ ਨਾਮ ਨਾ ਵਿਸਰੈ, ਸਹਿਜੇ ਪਤ ਪਾਈਐ। ਜੇ ਗੁਰੂ ਦੀ ਮੱਤ ਲੈ ਕੇ ਕਦੇ ਪਰਮਾਤਮਾ ਦਾ ਨਾਮ ਨਾ ਭੁੱਲੇ ਤਾਂ ਨਾਮ ਦੀ ਬਰਕਤ ਨਾਲ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਦਰ 'ਤੇ ਇੱਜ਼ਤ ਪ੍ਰਾਪਤ ਕਰ ਲਈਦਾ ਹੈ। ਅੰਤਰ ਸ਼ਬਦ ਨਿਧਾਨ ਹੈ, ਮਿਲ ਆਪ ਗਵਾਈਐ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਰੂਪ ਖਜ਼ਾਨਾ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ। ਪ੍ਰਭੂ ਨੂੰ ਮਿਲ ਕੇ ਆਪਾ ਭਾਵ ਗਵਾ ਸਕੀਦਾ ਹੈ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਜਿਸ ਜੀਵ ਉੱਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਗੁਣ ਬਖਸ਼ਦਾ ਹੈ ਅਤੇ ਗੁਣਾਂ ਦੀ ਬਰਕਤ ਨਾਲ ਉਹ ਪ੍ਰਭੂ ਦੇ ਅੰਕ ਵਿੱਚ ਲੀਨ ਹੋ ਜਾਂਦਾ ਹੈ, ਭਾਵ ਪ੍ਰਭੂ ਵਿੱਚ ਸਮਾ ਜਾਂਦਾ ਹੈ, ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਨਾਨਕ ਮੇਲ ਨਾ ਚੁੱਕਈ, ਲਾਹਾ ਸੱਚ ਪਾਵੈ। ਹੇ ਨਾਨਕ, ਉਸ ਜੀਵ ਦਾ ਪਰਮਾਤਮਾ ਨਾਲ ਬਣਿਆ ਮਿਲਾਪ ਕਦੇ ਟੁੱਟਦਾ ਨਹੀਂ। ਉਹ ਜੀਵ ਪ੍ਰਭੂ ਦੀ ਸਿਫਤ ਸਲਾਹ ਦਾ ਲਾਭ ਖੱਟ ਲੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 229 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੋੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ। ਗੋੜੀ ਮਹੱਲਾ ਪਹਿਲਾ। ਗੁਰ ਪ੍ਰਸਾਦੀ ਬੂਝ ਲੈ ਤੋ ਹੋਏ ਨਬੇਰਾ। ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਇਆ ਆਤਮਕ ਹਨੇਰੇ ਵਿੱਚੋਂ ਤੇਰੀ ਖਲਾਸੀ ਤਾਂ ਹੀ ਹੋਏਗੀ। ਕਰ ਕਰ ਨਾਮ ਨਿਰੰਜਣਾ, ਸੋ ਠਾਕੁਰ ਮੇਰਾ। ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏ ਕਿ ਮਾਇਆ ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ ਘਰ ਵਿੱਚ ਵਸਦਾ ਹੈ ਅਤੇ ਉਹੀ ਨਿਰੰਜਨ ਮੇਰਾ ਵੀ ਪਾਲਣਹਾਰ ਮਾਲਕ ਹੈ। ਬਿਨ ਗੁਰ ਸ਼ਬਦ ਨਾ ਛੁੱਟੀਐ, ਦੇਖੋ ਵਿਚਾਰਾ। ਮਾਇਆ ਦੇ ਮੋਹ ਨੇ ਜੀਵਾਂ ਦੀ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ। ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾਂ ਇਸ ਆਤਮ ਹਨੇਰੇ ਤੋਂ ਖਲਾਸੀ ਨਹੀਂ ਹੋ ਸਕਦੀ। ਜੇ ਲੱਖ ਕਰਮ ਕਮਾਵਹੀ, ਬਿਨ ਗੁਰ ਅੰਧਿਆਰਾ ਰਹਾਉ। ਜੇ ਤੂੰ ਲੱਖਾਂ ਹੀ ਧਰਮ ਕਰਮ ਕਰਦਾ ਰਹੇ ਤਾਂ ਵੀ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ, ਭਾਵ ਗੁਰੂ ਦੀ ਮੱਤ ਲੈ ਤੋਂ ਬਿਨਾਂ ਇਹ ਆਤਮਕ ਹਨੇਰਾ ਟਿਕਿਆ ਹੀ ਰਹੇਗਾ। ਰਹਾਉ ਰੁਕ ਜਾਣਾ। ਅੰਧੇ ਅਕਲੀ ਬਾਹਰੈ, ਕਿਆ 300 ਕਹੀਐ। ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨਾ ਕਰ ਦਿੱਤਾ ਹੈ ਅਤੇ ਅਕਲਹੀਨ ਕਰ ਦਿੱਤਾ ਹੈ, ਭਾਵ ਜਿਨ੍ਹਾਂ ਦੀ ਅਕਲ ਮੱਤ ਮਾਰੀ ਗਈ ਹੈ ਇਸ ਮਾਇਆ ਵਿੱਚ ਫਸ ਕੇ, ਉਹਨਾਂ ਨੂੰ ਇਹ ਸਮਝਾਉਣ ਦਾ ਕੋਈ ਲਾਭ ਨਹੀਂ ਹੈ। ਬਿਨ ਗੁਰ ਪੰਥ ਨਾ ਸੁਝਈ, ਕਿਤ ਬਿਧ ਨਿਰਬਹੀਐ। ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ। ਸਹੀ ਜੀਵਨ ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਸਾਥ ਨਹੀਂ ਨਿਭ ਸਕਦਾ। ਖੋਟਾ ਕੋ ਖਰਾ ਕਹੈ, ਖਰੇ ਸਾਰ ਨਾ ਜਾਣੈ। ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾ ਸਕਦਾ, ਮੁੱਲ ਪਾਉਂਦਾ ਅਸਲ ਧਨ ਆਖਦਾ ਹੈ। ਪਰ ਜਿਹੜਾ ਨਾਮ ਧਨ ਅਸਲ ਧਨ ਹੈ ਉਸ ਦੀ ਕਦਰ ਹੀ ਨਹੀਂ ਸਮਝਦਾ। ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਡਾਨੈ। ਮਾਇਆ ਵਿੱਚ ਅੰਨੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ ਅਤੇ ਅਚਰਜ ਚਾਲ ਹੈ ਕਿ ਦੁਨੀਆ ਦੀ ਸਮੇਂ ਦੀ ਹੈ। ਜਿਹੜਾ ਮਾਇਆ ਵਿੱਚ ਅੰਨਾ ਉਸ ਨੂੰ ਸਿਆਣਾ ਆਖਿਆ ਜਾ ਰਿਹਾ ਹੈ। ਇਹ ਚਰ ਚਾਲ ਦੁਨੀਆ ਦੀ ਬਣ ਚੁੱਕੀ ਹੈ ਇਸ ਸਮੇਂ ਵਿੱਚ। ਸੁੱਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ। ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੂੰ ਜਾਗਤ ਆਖਦਾ ਹੈ ਕਿ ਇਹ ਜਾਗਦਾ ਹੈ ਅਤੇ ਸੁਚੇਤ ਹੈ। ਪਰ ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿੱਚ ਜਾਗਦਾ ਹੈ, ਸੁਚੇਤ ਹੈ, ਉਸ ਨੂੰ ਆਖਦੇ ਆ ਕਿ ਇਹ ਸੁੱਤਾ ਪਿਆ ਹੈ। ਜੀਵਤ ਕੋ ਮੂਆ ਕਹੈ, ਮੂਏ ਨਹੀਂ ਰੋਤਾ।
ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਜਿਉਂਦੇ ਆਤਮਿਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾਅ ਦਾ ਮੋਇਆ ਹੋਇਆ ਹੈ, ਪਰ ਆਤਮਿਕ ਮੌਤ ਮਰੇ ਹੋਏ ਨੂੰ ਵੇਖ ਕੇ ਕੋਈ ਅਫਸੋਸ ਨਹੀਂ ਹੁੰਦਾ। ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ। ਪਰਮਾਤਮਾ ਦੇ ਰਸਤੇ ਉੱਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ ਗੁਜ਼ਰਿਆ ਹੈ, ਪਰ ਪ੍ਰਭੂ ਵੱਲੋਂ ਗਏ ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸ ਦਾ ਜਗਤ ਵਿੱਚ ਆਉਣਾ ਸਫਲ ਹੋਇਆ ਹੈ। ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਭਾਇਆ। ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜਿਹੜਾ ਨਾਮ ਧਨ ਅਸਲ ਵਿੱਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ। ਮੀਠੇ ਕੋ ਕੌੜਾ ਕਹੇ ਕੌੜੇ ਕੋ ਮਿੱਠਾ। ਨਾਮ ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ ਅੰਤ ਨੂੰ ਕੌੜਾ ਦੁਖਦਾਈ ਸਾਬਤ ਹੁੰਦਾ ਹੈ, ਇਸ ਨੂੰ ਜਗਤ ਸਵਾਦਲਾ ਕਹਿ ਰਿਹਾ ਹੈ। ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮੈਂ ਡੀਠਾ। ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਦੀ ਲੋਕ ਨਿੰਦਾ ਕਰਦੇ ਹਨ। ਜਗਤ ਵਿੱਚ ਇਹ ਅਚਰਜ ਤਮਾਸ਼ਾ ਵੇਖਣ ਵਿੱਚ ਆ ਰਿਹਾ ਹੈ। ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ। ਲੋਕ ਪਰਮਾਤਮਾ ਦੀ ਦਾਸੀ ਮਾਇਆ ਦੀ ਹੀ ਤਾਂ ਸੇਵਾ ਖੁਸ਼ਾਮਦ ਕਰ ਰਹੇ ਹਨ, ਪਰ ਮਾਇਆ ਦਾ ਮਾਲਕ ਕਿਸ ਨੂੰ ਦਿਸਦਾ ਹੀ ਨਹੀਂ। ਭਾਵ ਉਸ ਮਾਇਆ ਦੀ ਪੂਜਾ ਕਰ ਰਹੇ ਨੇ ਪਰ ਮਾਇਆ ਦਾ ਮਾਲਕ ਨਹੀਂ ਦਿਸ ਰਿਹਾ। ਪੋਖਰ ਨੀਰ ਵਿਰੋਲੀਐ ਮਾਖਣ ਨਹੀਂ ਰੀਸੈ। ਮਾਇਆ ਵਿੱਚੋਂ ਸੁੱਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿੱਚੋਂ ਮੱਖਣ ਲੱਭਣਾ ਹੈ। ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ। ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ। ਆਪਣਾ ਪਛਾਣਨ ਦੇ ਆਤਮਿਕ ਦਰਜੇ ਨੂੰ ਜਿਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਉਂਦਾ ਹਾਂ। ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ। ਹੇ ਨਾਨਕ, ਜਿਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਸਭ ਆਪੇ ਆਪ ਵਰਤਦਾ ਆਪੇ ਪਰਮਾਇਆ। ਪਰ ਮਾਇਆ ਵਿੱਚ ਤੇ ਜੀਵਾਂ ਵਿੱਚ ਸਭ ਥਾਂ ਪਰਮਾਤਮਾ ਆਪ ਹੀ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕਰਾਏ ਪਾਉਂਦਾ ਹੈ। ਗੁਰ ਕਿਰਪਾ ਤੇ ਬੂਝੀਐ ਸਭ ਭਰਮ ਸਮਾਇਆ। ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ। ਰਾਗ ਗੌੜੀ ਗਰੇਰੀ ਮਹੱਲਾ ਤੀਜਾ ਅਸ਼ਟਪਦੀਆਂ। ਰਾਗ ਗੌੜੀ ਗਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ 8 ਪਦਿਆਂ ਵਾਲੀ ਬਾਣੀ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਤੇ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨ ਕਾ ਸੂਤਕ ਦੂਜਾ ਭਾਉ। ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿੱਤਰਤਾ ਦਾ ਕਾਰਨ ਬਣਦਾ ਹੈ। ਭਰਮੇ ਭੁੱਲੈ ਆਓ ਜਾਓ। ਇਸ ਅਪਵਿੱਤਰਤਾ ਦੇ ਕਾਰਨ ਮਾਇਆ ਦੀ ਭਟਕਣਾ ਵਿੱਚ ਕਰਾਏ ਪਏ ਹੋਏ ਮਨੁੱਖਾਂ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਮਨ ਮੁਖ ਸੂਤਕ ਖੱਬੇ ਨਾ ਜਾਏ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਅਪਵਿੱਤਰਤਾ ਉਤਨਾ ਚਿਰ ਕਦੇ ਦੂਰ ਨਹੀਂ ਹੁੰਦੀ ਜਿਚਰ ਸ਼ਬਦ ਨਾ ਭੀਜੇ ਹਰਿ ਕੈ ਨਾਏ ਰਹਾਉ। ਜਿਤਨਾ ਚਿਰ ਮਨੁੱਖ ਗੁਰੂ ਦੇ ਸ਼ਬਦ ਵਿੱਚ ਨਹੀਂ ਭਤੀਜਦਾ ਅਤੇ ਪਰਮਾਤਮਾ ਦੇ ਨਾਮ ਵਿੱਚ ਨਹੀਂ ਜੁਟਦਾ। ਭਾਵ ਜਿਤਨਾ ਚਿਰ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਨਹੀਂ ਮਨੁੱਖ, ਉਸ ਦੇ ਸ਼ਬਦ ਵਿੱਚ ਭਤੀਜਦਾ ਨਹੀਂ, ਭਾਵ ਉਸ ਦੇ ਸ਼ਬਦ ਵਿੱਚ ਲੀਨ ਨਹੀਂ ਹੁੰਦਾ। ਰਹਾਉ ਸਭੋ ਸੂਦਕ ਰਾਹੋ ਰੁਕ ਜਾਣਾ। ਸਭੋ ਸੂਦਕ ਜੇਤਾ ਮੋਹ ਆਕਾਰ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ ਇਹ ਜਿਤਨਾ ਹੀ ਜਗਤ ਹੈ, ਜਿਤਨਾ ਹੀ ਜਗਤ ਦਾ ਮੋਹ ਹੈ, ਇਹ ਸਾਰਾ ਅਪਵਿੱਤਰ ਦਾ ਮੂਲ ਹੈ।
ਮਰ ਮਰ ਜੰਮੈ ਵਾਰੋ ਵਾਰ। ਉਹ ਮਨੁੱਖ ਇਸ ਆਤਮਿਕ ਮੌਤ ਵਿੱਚ ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ। ਸੂਤਕ ਅਗਨ ਪੌਣੇ ਪਾਣੀ ਮਾਹੇ। ਮਾਹੇ ਮਨ ਮੁਖਾਂ ਵਾਸਤੇ ਅੱਗ ਵਿੱਚ, ਹਵਾ ਵਿੱਚ, ਪਾਣੀ ਵਿੱਚ ਵੀ ਅਪਵਿੱਤਰਤਾ ਹੀ ਹੈ। ਸੂਤਕ ਭੋਜਨ ਜੇਤਾ ਕਿਛ ਖਾਏ। ਜਿਤਨਾ ਕੁਛ ਭੋਜਨ ਆਦਿਕ ਉਹ ਖਾਂਦੇ ਹਨ, ਉਹ ਵੀ ਉਹਨਾਂ ਦੇ ਮਨ ਵਾਸਤੇ ਅਪਵਿੱਤਰ ਦਾ ਕਾਰਨ ਹੀ ਬਣਦਾ ਹੈ। ਸੂਤਕ ਕਰਮ ਨਾ ਪੂਜੈ ਹੋਏ। ਸੂਤਕ ਦੇ ਭਰਮ ਵਿੱਚ ਗ੍ਰਸੇ ਹੋਏ ਮਨ ਨੂੰ ਕੋਈ ਕਰਮ ਕਾਂਡ ਪਵਿੱਤਰ ਨਹੀਂ ਕਰ ਸਕਦੇ, ਕੋਈ ਦੇਵ ਪੂਜਾ ਪਵਿੱਤਰ ਨਹੀਂ ਕਰ ਸਕਦੀ। ਨਾਮ ਰਤੇ ਮਨ ਨਿਰਮਲ ਹੋਏ। ਪਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਹੀ ਮਨ ਪਵਿੱਤਰ ਹੁੰਦਾ ਹੈ। ਸਤਿਗੁਰੂ ਸੇਵੀਐ ਸੂਤਕ ਜਾਏ। ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿੱਤਰਤਾ ਦੂਰ ਹੋ ਜਾਂਦੀ ਹੈ। ਪਵਿੱਤਰਤਾ ਹੁੰਦੀ ਹੈ ਮੈਲਾਪਣ। ਮੈਲਾਪਣ ਜਿਹੜਾ ਭਰਮ ਭੁਲੇਖੇ ਨੇ ਉਹ ਦੂਰ ਹੋ ਜਾਂਦੇ ਨੇ ਜਦੋਂ ਸਤਿਗੁਰੂ ਦਾ ਆਸਰਾ ਲਈਏ। ਮਰੇ ਨਾ ਜੰਮੈ ਕਾਲ ਨਾ ਖਾਏ। ਗੁਰੂ ਦੀ ਸ਼ਰਨ ਰਹਿਣ ਵਾਲਾ ਮਨੁੱਖ ਨਾ ਮਰਦਾ ਹੈ, ਨਾ ਜੰਮਦਾ ਹੈ, ਨਾ ਉਸ ਨੂੰ ਆਤਮਿਕ ਮੌਤ ਖਾਂਦੀ ਹੈ। ਸਾਸਤ ਸਿਮਰਤ ਸੋਧ ਦੇਖੋ ਕੋਏ। ਬੇਸ਼ੱਕ ਕੋਈ ਧਿਰ ਸਿਮਰਤੀਆਂ ਸ਼ਾਸਤਰਾਂ ਨੂੰ ਵੀ ਵਿਚਾਰ ਕੇ ਵੇਖ ਲਵੋ। ਵਿਣ ਨਾਵੇਂ ਕੋ ਮੁਕਤ ਨਾ ਹੋਏ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਮਨੁੱਖ ਮਾਨਸਿਕ ਅਪਵਿੱਤਰਤਾ ਤੋਂ ਖਲਾਸੀ ਨਹੀਂ ਪਾ ਸਕਦਾ, ਭਾਵ ਇਹ ਭਰਮਾਂ ਵਿੱਚੋਂ ਨਹੀਂ ਨਿਕਲ ਸਕਦਾ ਜਦੋਂ ਤੱਕ ਇਸ ਨਾਮ ਦੀ ਸ਼ਬਦ ਵਿੱਚ ਨਹੀਂ ਜੁੜਦਾ, ਗੁਰੂ ਦੀ ਮੱਤ 'ਤੇ ਨਹੀਂ ਚੱਲਦਾ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ। ਚੌਹਾਂ ਹੀ ਯੁਗਾਂ ਵਿੱਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਹੀ, ਪਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਉੱਤਮ ਬਣ ਸਕਿਆ ਹੈ, ਪਵਿੱਤਰ ਹੋ ਸਕਿਆ ਹੈ। ਕਲ ਮੈਂ ਗੁਰਮੁਖ ਉਤਰਸ ਪਾਰ। ਇਸ ਯੁੱਗ ਵਿੱਚ ਵੀ ਜਿਸ ਨੂੰ ਕਲ ਯੁੱਗ ਕਿਹਾ ਜਾ ਰਿਹਾ ਹੈ, ਉਹੀ ਮਨੁੱਖ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਦਾ ਹੈ ਜੋ ਗੁਰੂ ਦੀ ਸ਼ਰਨ ਪੈਂਦਾ ਹੈ। ਸਾਚਾ ਮਰੇ ਨਾ ਆਵੇ ਜਾਏ। ਪਰਮਾਤਮਾ ਜੋ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਜੋ ਕਦੇ ਜੰਮਦਾ ਮਰਦਾ ਨਹੀਂ। ਨਾਨਕ ਗੁਰਮੁਖ ਰਹੇ ਸਮਾਏ। ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿੱਚ ਸਦਾ ਲੀਨ ਰਹਿੰਦਾ ਹੈ। ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿੱਤਰਤਾ ਛੂਹ ਨਹੀਂ ਸਕਦੀ। ਗੌੜੀ ਮਹੱਲਾ ਤੀਜਾ। ਗੌੜੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਗੁਰਮੁਖ ਸੇਵਾ ਪ੍ਰਾਣ ਆਧਾਰਾ। ਹੇ ਪੰਡਤ, ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਸੇਵਾ ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ। ਹਰ ਜੀਉ ਰਾਖੋ ਹਿਰਦੈ ਔਰ ਧਾਰਾ। ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ, ਆਪਣੇ ਮਨ ਵਿੱਚ ਟਿਕਾ ਕੇ ਰੱਖ। ਗੁਰਮੁਖ ਸੋਭਾ ਸਾਚ ਦੁਆਰਾ। ਹੇ ਪੰਡਤ, ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰ 'ਤੇ ਵਡਿਆਈ ਹਾਸਲ ਕਰੇਗਾ। ਪੰਡਤ ਹਰ ਪੜ੍ਹ ਤਜ ਵਿਕਾਰਾ। ਹੇ ਪੰਡਤ, ਪਰਮਾਤਮਾ ਦੀ ਸਿਫਤ ਸਲਾਹ ਪੜ੍ਹ ਅਤੇ ਇਸ ਦੀ ਬਰਕਤ ਨਾਲ ਆਪਣੇ ਅੰਦਰੋਂ ਵਿਕਾਰ ਛੱਡ। ਗੁਰਮੁਖ ਪੌਜਲ ਉਤਰਹੁ ਪਾਰਾ। ਰਹਾਉ। ਹੇ ਪੰਡਤ, ਗੁਰੂ ਦੀ ਸ਼ਰਨ ਪੈ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ। ਰਹਾਉ, ਰੁਕ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 230 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਗੁਰਮੁਖ ਵਿੱਚੋਂ ਹਉਮੈ ਜਾਏ। ਹੇ ਪੰਡਤ, ਗੁਰੂ ਦੀ ਸ਼ਰਨ ਪਿਆ ਮਨ ਵਿੱਚੋਂ ਹਉਮੈ ਦੂਰ ਹੋ ਜਾਂਦੀ ਹੈ। ਗੁਰਮੁਖ ਮੈਲ ਨਾ ਲਾਗੇ ਆਏ। ਗੁਰੂ ਦੀ ਸ਼ਰਨ ਪਿਆ ਮਨ ਨੂੰ ਹਉਮੈ ਦੀ ਮੈਲ ਆ ਕੇ ਨਹੀਂ ਚੰਬੜਦੀ, ਕਿਉਂਕਿ ਗੁਰਮੁਖ ਨਾਮ ਵਸੇ ਮਨ ਆਏ। ਗੁਰੂ ਦੀ ਸ਼ਰਨ ਪਿਆ ਪਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ। ਗੁਰਮੁਖ ਕਰਮ ਧਰਮ ਸੱਚ ਹੋਈ। ਹੇ ਪੰਡਤ, ਗੁਰੂ ਦੇ ਸਨਮੁਖ ਰਿਹਾ ਸਦਾ ਥਿਰ ਪਰਮਾਤਮਾ ਵਿੱਚ ਲੀਨਤਾ ਹੋ ਜਾਂਦੀ ਹੈ, ਅਤੇ ਇਹੀ ਹੈ ਅਸਲ ਕਰਮ ਧਰਮ।
ਮਨ ਮੁਖ ਹੰਕਾਰ ਜਲਾਏ ਦੋਹੀ। ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਪਣੇ ਅੰਦਰੋਂ ਹੰਕਾਰ ਤੇ ਮੇਰ ਤੇਰ ਸਾੜ ਦਿੰਦਾ ਹੈ। ਗੁਰਮੁਖ ਨਾਮ ਰਤੇ ਸੁਖ ਹੋਈ। ਗੁਰੂ ਪ੍ਰਭੂ ਦੇ ਨਾਮ ਵਿੱਚ ਰੰਗੇ ਜਾ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਆਪਣਾ ਮਨ ਪ੍ਰਬੋਧੋ ਬੂਝੋ ਸੋਈ। ਹੇ ਪੰਡਿਤ, ਪਹਿਲਾਂ ਆਪਣੇ ਮਨ ਨੂੰ ਜਗਾਓ ਤੇ ਉਸ ਪਰਮਾਤਮਾ ਦੀ ਹਸਤੀ ਨੂੰ ਸਮਝੋ। ਲੋਕ ਸਮਝਾਵੋ ਸੁਨੇ ਨਾ ਕੋਈ। ਹੇ ਪੰਡਿਤ, ਤੁਹਾਡਾ ਆਪਣਾ ਮਨ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਹੈ, ਪਰ ਤੁਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ। ਇਸ ਤਰ੍ਹਾਂ ਕਦੇ ਕੋਈ ਮਨੁੱਖ ਸਿੱਖਿਆ ਨਹੀਂ ਸੁਣਦਾ। ਗੁਰਮੁਖ ਸਮਝੋ ਸਦਾ ਸੁਖ ਹੋਈ। ਗੁਰੂ ਦੀ ਸ਼ਰਨ ਪੈ ਕੇ ਤੁਸੀਂ ਆਪ ਸਹੀ ਜੀਵਨ ਅਵਸਥਾ ਸਮਝੋ, ਤੁਹਾਨੂੰ ਸਦਾ ਆਤਮਿਕ ਆਨੰਦ ਮਿਲੇਗਾ। ਮਨ ਮੁਖ ਡਫ ਬਹੁਤ ਚਤੁਰਾਈ। ਹੇ ਪੰਡਿਤ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਧਾਰਮਿਕ ਵਿਖਾਵਾ ਕਰਦਾ ਹੈ, ਬੜੀ ਚਤੁਰਾਈ ਵਿਖਾਉਂਦਾ ਹੈ। ਜੋ ਕੁਛ ਕਮਾਵੈ ਸੋ ਥਾਏ ਨਾ ਪਾਈ। ਪਰ ਜੋ ਕੁਛ ਉਹ ਆਪ ਅਮਲੀ ਜੀਵਨ ਕਮਾਉਂਦਾ ਹੈ ਉਹ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੁੰਦਾ। ਆਵੈ ਜਾਵੈ ਠੌਰ ਨਾ ਕਾਈ। ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਉਸ ਨੂੰ ਆਤਮਿਕ ਸ਼ਾਂਤੀ ਦੀ ਕੋਈ ਥਾਂ ਨਹੀਂ ਮਿਲਦੀ। ਮਨ ਮੁਖ ਕਰਮ ਕਰੇ ਬਹੁਤ ਅਭਿਮਾਨਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੇ ਵੱਲੋਂ ਧਾਰਮਿਕ ਕਰਮ ਕਰਦਾ ਹੈ, ਪਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ। ਬਗ ਜਿਉ ਲਾਏ ਬਹੇ ਨਿਤ ਧਿਆਨਾ। ਉਹ ਸਦਾ ਬਗਲੇ ਵਾਂਗ ਹੀ ਸਮਾਧੀ ਲਾ ਕੇ ਬੈਠਦਾ ਹੈ। ਜਮ ਪਕੜਿਆ ਤਬ ਹੀ ਪਛਤਾਨਾ। ਉਹ ਤਦੋਂ ਹੀ ਪਛਤਾਏਗਾ ਜਦੋਂ ਮੌਤ ਨੇ ਉਸ ਨੂੰ ਸਿਰੋਂ ਆ ਫੜਿਆ। ਬਿਨ ਸਤ ਗੁਰੂ ਸੇਵੈ ਮੁਕਤ ਨਾ ਹੋਈ। ਹੇ ਪੰਡਿਤ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਅੰਧ ਅਬ ਤੋਂ ਖਲਾਸੀ ਨਹੀਂ ਹੁੰਦੀ। ਜਦੋਂ ਤੱਕ ਸਤਿਗੁਰੂ ਦੇ ਸ਼ਰਨ ਨਹੀਂ ਪੈਂਦੇ ਤਦ ਤੱਕ ਇਹ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ। ਭਾਵ ਜਨਮ ਮਰਨ ਦੇ ਗੇੜ 'ਚ ਬੰਦਾ ਪਿਆ ਰਹਿੰਦਾ ਜਦੋਂ ਤੱਕ ਗੁਰੂ ਦੀ ਮੱਤ 'ਤੇ ਨਹੀਂ ਚੱਲਦਾ। ਗੁਰ ਪ੍ਰਸਾਦੀ ਮਿਲੇ ਹਰ ਸੋਈ। ਗੁਰੂ ਦੀ ਕਿਰਪਾ ਨਾਲ ਹੀ ਉਹ ਘਟ ਘਟ ਦੀ ਜਾਣਨ ਵਾਲਾ ਪਰਮਾਤਮਾ ਮਿਲਦਾ ਹੈ। ਗੁਰ ਦਾਤਾ ਜੁਗ ਚਾਰੇ ਹੋਈ। ਹੈ ਪੰਡਿਤ, ਸਤ ਜੁਗ ਕਲ ਜੁਗ ਆਖ ਕੇ ਕਿਸੇ ਜੁਗ ਦੇ ਜਿੰਮੇ ਬੁਰਾਈ ਲਾ ਕੇ ਗਲਤੀ ਨਾ ਖਾ। ਚੌਹਾਂ ਯੁੱਗਾਂ ਵਿੱਚ ਹੀ ਗੁਰੂ ਦੀ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ। ਗੁਰਮੁਖ ਜਾਤ ਪਤ ਨਾਮੇ ਵਡਿਆਈ। ਹੇ ਪੰਡਿਤ, ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਵਾਸਤੇ ਹਰ ਨਾਮ ਹੀ ਉੱਚੀ ਜਾਤ ਹੈ, ਉੱਚੀ ਕੁੱਲ ਹੈ। ਪਰਮਾਤਮਾ ਦੇ ਨਾਮ ਵਿੱਚ ਉਹ ਆਪਣੀ ਇੱਜ਼ਤ ਮੰਨਦਾ ਹੈ। ਸਾਇਰ ਕੀ ਪੁੱਤਰੀ ਬੇਦਾਰ ਗਵਾਈ। ਨਾਮ ਦੀ ਬਰਕਤ ਨਾਲ ਹੀ ਉਸਨੇ ਮਾਇਆ ਦਾ ਪ੍ਰਭਾਵ ਆਪਣੇ ਅੰਦਰੋਂ ਕੱਟ ਕੇ ਪਰੇ ਰੱਖ ਦਿੱਤਾ ਹੈ। ਨਾਨਕ ਬਿਨ ਨਾਵੇਂ ਝੂਠੀ ਚਤੁਰਾਈ। ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਕੇ ਹੋਰ ਚਤੁਰਾਈ ਵਿਖਾਣੀ ਵਿਅਰਥ ਹੈ। ਗੌੜੀ ਮਹੱਲਾ ਤੀਜਾ। ਗੌੜੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਤੀਜੇ ਪਾਤਸ਼ਾਹ, ਇਸ ਜਗ ਕਾ ਧਰਮ ਪੜ੍ਹੋ ਤੁਮ ਭਾਈ। ਹੈ ਭਾਈ, ਇਸ ਮਨੁੱਖਾ ਜਨਮ ਦਾ ਕਰਤੱਵ ਪੜ੍ਹੋ। ਭਾਵ ਇਹ ਸਿੱਖੋ ਕਿ ਮਨੁੱਖਾ ਜਨਮ ਵਿੱਚ ਜੀਵਨ ਸਫਲ ਕਰਨ ਵਾਸਤੇ ਕੀ ਉਦਮ ਕਰਨਾ ਚਾਹੀਦਾ ਹੈ। ਪੂਰੇ ਗੁਰ ਸਭ ਸੋਝੀ ਪਾਈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ, ਪੂਰੇ ਗੁਰੂ ਨੇ ਉਸ ਨੂੰ ਇਹ ਸੂਝ ਦੇ ਦਿੱਤੀ, ਇਹ ਸਮੱਤ ਬਖਸ਼ ਦਿੱਤੀ। ਇੱਥੇ ਅੱਗੇ ਹਰ ਨਾਮ ਸੁਖਾਈ ਕਿ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਪਰਮਾਤਮਾ ਦਾ ਨਾਮ ਹੀ ਅਸਲ ਸਾਥੀ ਹੈ। ਰਾਮ ਪੜ੍ਹੋ ਮਨ ਕਰੋ ਵਿਚਾਰ।
ਪਰਮਾਤਮਾ ਦੀ ਸਿਫਤ ਸਲਾਹ ਪੜ੍ਹੋ। ਆਪਣੇ ਮਨ ਵਿੱਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ। ਗੁਰ ਪ੍ਰਸਾਦੀ ਮੈਲ ਉਤਾਰ ਰਹਾਓ। ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਕਰ ਰਹਾਓ। ਵਾਦ ਵਿਰੋਧ ਨਾ ਪਾਇਆ ਜਾਏ। ਕਿਸੇ ਧਾਰਮਿਕ ਬਹਿਸ ਕਰਨ ਨਾਲ ਜਾਂ ਕਿਸੇ ਧਰਮ ਦਾ ਖੰਡਨ ਕਰਨ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ। ਮਨ ਤਨ ਫੀਕਾ ਦੂਜੇ ਪਾਏ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ ਹੋਰ ਸਵਾਦ ਵਿੱਚ ਪਿਆ ਮਨ ਆਤਮਿਕ ਜੀਵਨ ਤੋਂ ਸਖਣਾ ਹੋ ਜਾਂਦਾ ਹੈ। ਸਰੀਰ ਹਿਰਦਾ ਆਤਮਿਕ ਜੀਵਨ ਤੋਂ ਸੁੰਝਾ ਹੋ ਜਾਂਦਾ ਹੈ। ਸੁੰਝਾ ਹੋ ਜਾਣਾ ਭਾਵ ਖਾਲੀ ਹੋਣਾ, ਉਸ ਗੁਰੂ ਦੇ ਸ਼ਬਦ ਤੋਂ ਬਿਨਾਂ ਖਾਲੀ ਹੋਣਾ। ਗੁਰ ਕੈ ਸ਼ਬਦ ਸੱਚ ਲਿਵ ਲਾਏ। ਗੁਰੂ ਦੇ ਸ਼ਬਦ ਦੇ ਰਾਹੀਂ ਹੀ ਮਨੁੱਖ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਵਿੱਚ ਲਗਨ ਜੋੜ ਸਕਦਾ ਹੈ। ਹਉਮੈ ਮੈਲਾ ਇਹੋ ਸੰਸਾਰਾ। ਗੁਰੂ ਨੂੰ ਮਿਲਣ ਤੋਂ ਬਿਨਾਂ ਇਹ ਜਗਤ ਭਾਵ ਦੁਨੀਆ ਦਾ ਇਹ ਮਨੁੱਖ ਹਉਮੈ ਦੇ ਵਿਕਾਰ ਨਾਲ ਮਲੀਨ ਮਨ ਹੋ ਜਾਂਦਾ ਹੈ। ਮਲੀਨ ਮੈਲਾ ਮਨ ਹੋ ਜਾਂਦਾ ਹੈ। ਨਿਤ ਤੀਰਥ ਨਾਵੈ ਨਾ ਜਾਏ ਹੰਕਾਰਾ। ਸਦਾ ਤੀਰਥਾਂ ਉੱਤੇ ਇਸ਼ਨਾਨ ਵੀ ਕਰਦਾ ਹੈ, ਪਰ ਇਸ ਤਰ੍ਹਾਂ ਇਸ ਦੇ ਮਨ ਵਿੱਚੋਂ ਹੰਕਾਰ ਦੂਰ ਨਹੀਂ ਹੁੰਦਾ। ਬਿਨ ਗੁਰ ਭੇਟੈ ਜਮ ਕਰੇ ਖੁਆਰਾ। ਗੁਰੂ ਨੂੰ ਮਿਲਣ ਤੋਂ ਬਿਨਾਂ ਆਤਮਕ ਮੌਤ ਇਸ ਨੂੰ ਖੁਆਰ ਕਰਦੀ ਰਹਿੰਦੀ ਹੈ। ਸੋ ਜਨ ਸਾਚਾ ਜੇ ਹਉਮੈ ਮਾਰੈ। ਜਿਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ, ਉਹ ਮਨੁੱਖ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਗੁਰ ਕੈ ਸ਼ਬਦ ਪੰਚ ਸੰਘਾਰੈ। ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰੋਂ ਕਾਮਾਦਿਕ ਪੰਜਾਂ ਨੂੰ ਮਾਰ ਮੁਕਾਉਂਦਾ ਹੈ, ਭਾਵ ਆਪਣੇ ਵਸ ਵਿੱਚ ਕਰ ਲੈਂਦਾ ਹੈ। ਪੰਜ ਵੈਰੀ ਜੋ ਆਪਣੇ ਅੰਦਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਵਸ ਵਿੱਚ ਕਰ ਲੈਂਦਾ ਗੁਰੂ ਦੇ ਸ਼ਬਦ ਰਾਹੀਂ। ਆਪ ਤਰੇ ਸਗਲੇ ਕੁਲ ਤਾਰੈ। ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਅਤੇ ਆਪਣੇ ਸਾਰੇ ਕੁੱਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਮਾਇਆ ਮੋਹੈ ਨੱਟ ਬਾਜੀ ਪਾਈ। ਜਿਵੇਂ ਜਦੋਂ ਕੋਈ ਨੱਟ ਬਾਜੀ ਪਾਉਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਹਨ, ਤਿਵੇਂ ਪ੍ਰਭੂ ਨੱਟ ਨੇ ਮਾਇਆ ਦੇ ਮੋਹ ਦੇ ਰਾਹੀਂ ਇਹ ਜਗਤ ਰਚਨਾ ਦਾ ਤਮਾਸ਼ਾ ਰਚ ਦਿੱਤਾ ਹੈ। ਮਨ ਮੁਖ ਅੰਧੇ ਰਹੇ ਲਪਟਾਈ। ਇਸ ਨੂੰ ਵੇਖ ਵੇਖ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਇਸ ਤਮਾਸ਼ੇ ਨਾਲ ਚੰਬੜ ਰਹੇ ਹਨ। ਗੁਰਮੁਖ ਅਲਪਤ ਰਹੇ ਲਿਵ ਲਾਈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਤਮਾਸ਼ੇ ਤੋਂ ਨਿਰਲੇਪ ਰਹਿੰਦੇ ਹਨ, ਭਾਵ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗੁਰੂ ਦੀ ਸਿਫਤ ਸਲਾਹ ਕਰਕੇ ਗੁਰੂ ਦੀ ਮੱਤ 'ਤੇ ਚੱਲ ਕੇ ਉਹ ਨਿਰਲੇਪ ਰਹਿੰਦੇ ਨੇ ਗੁਰਮੁਖ ਲੋਕ। ਬਹੁਤੇ ਭੇਖ ਕਰੇ ਭੇਖ ਧਾਰੀ। ਨਿਰੇ ਧਾਰਮਿਕ ਪਹਿਰਾਵਿਆਂ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ। ਅੰਤਰ ਤ੍ਰਿਸ਼ਨਾ ਫਿਰੇ ਹੰਕਾਰੀ। ਪਰ ਉਸ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਬਣੀ ਰਹਿੰਦੀ ਹੈ, ਉਹ ਹੰਕਾਰ ਵਿੱਚ ਹੀ ਵਿਚਰਦਾ ਹੈ। ਆਪ ਨਾ ਚੀਨੇ ਬਾਜੀ ਹਾਰੀ। ਉਹ ਆਪਣੇ ਜੀਵਨ ਨੂੰ ਹੀ ਨਹੀਂ ਪਰਖਦਾ, ਇਸ ਵਾਸਤੇ ਉਹ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ। ਕਾਪੜ ਪਹਿਰ ਕਰੇ ਚਤੁਰਾਈ। ਜਿਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰਕੇ ਹੀ ਚਤੁਰਾਈ ਦੀਆਂ ਗੱਲਾਂ ਕਰਦਾ ਹੈ। ਮਾਇਆ ਮੋਹ ਆਤ ਪਰਮ ਭੁਲਾਈ। ਕਿ ਮੈਂ ਧਰਮੀ ਹਾਂ, ਪਰ ਅੰਦਰੋਂ ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਣਾ ਵਿੱਚ ਫਸ ਕੇ ਕੁਰਾਏ ਪਿਆ ਰਹਿੰਦਾ ਹੈ। ਬਿਨ ਗੁਰ ਸੇਵੈ ਬਹੁਤ ਦੁੱਖ ਪਾਈ। ਉਹ ਮਨੁੱਖ ਗੁਰੂ ਦੀ ਸ਼ਰਨ ਨਾ ਆਉਣ ਕਰਕੇ ਬਹੁਤ ਦੁੱਖ ਪਾਉਂਦਾ ਹੈ। ਨਾਮ ਰਤੇ ਸਦਾ ਬੈਰਾਗੀ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ, ਉਹ ਸਦਾ ਵੈਰਾਗਮਾਨ ਰਹਿੰਦੇ ਹਨ। ਗਿਰਹੀ ਅੰਤਰ ਸਾਚ ਲਿਵ ਲਾਗੀ। ਗ੍ਰਸਥ ਵਿੱਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ।
ਨਾਨਕ ਸਤਿਗੁਰ ਸੇਵੈ ਸੇ ਵਡਭਾਗੀ। ਹੇ ਨਾਨਕ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਕਿਉਂਕਿ ਉਹ ਗੁਰੂ ਦੀ ਸ਼ਰਨ ਪੈ ਰਹਿੰਦੇ ਹਨ। ਗੌੜੀ ਮਹੱਲਾ ਤੀਜਾ। ਗੌੜੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਬ੍ਰਹਮਾ ਮੂਲ ਵੇਦ ਅਭਿਆਸਾ। ਜਿਹੜੇ ਬ੍ਰਹਮ ਨੂੰ ਵੇਦ ਅਭਿਆਸ ਦਾ ਰਸਤਾ ਚਲਾਉਣ ਵਾਲਾ ਮੰਨਿਆ ਜਾਂਦਾ ਹੈ, ਜਿਹੜਾ ਬ੍ਰਹਮਾ ਵੇਦ ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ, ਤਿਸ ਤੇ ਉਪਜੈ ਦੇਵ ਮੋਹ ਪਿਆਸਾ। ਉਸ ਤੋਂ ਸਾਰੇ ਦੇਵਤੇ ਪੈਦਾ ਹੋਏ ਮੰਨੇ ਜਾਂਦੇ ਹਨ, ਪਰ ਉਹ ਦੇਵਤੇ ਮਾਇਆ ਦੇ ਮੋਹ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਹੋਏ ਹੀ ਦੱਸੇ ਜਾ ਰਹੇ ਹਨ। ਤ੍ਰੈ ਗੁਣ ਪਰਮੇ ਨਾਹੀ ਨਿਜ ਘਰ ਵਾਸਾ। ਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਭਟਕਦੇ ਰਹੇ, ਉਹਨਾਂ ਨੂੰ ਪ੍ਰਭੂ ਚਰਨਾਂ ਵਿੱਚ ਟਿਕਾਣਾ ਨਹੀਂ ਮਿਲਿਆ। ਹਮ ਹਰ ਰਾਖੈ ਸਤਿਗੁਰੂ ਮਿਲਾਇਆ। ਸਾਨੂੰ ਪਰਮਾਤਮਾ ਨੇ ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ ਹੈ। ਪਰਮਾਤਮਾ ਨੇ ਸਾਨੂੰ ਗੁਰੂ ਮਿਲਾ ਦਿੱਤਾ ਹੈ। ਆਣ ਦਿਨ ਭਗਤ ਹਰ ਨਾਮ ਦ੍ਰਿੜਾਇਆ ਰਹਾਉ। ਜਿਸ ਗੁਰੂ ਨੇ ਸਾਡੇ ਦਿਲ ਵਿੱਚ ਹਰ ਵੇਲੇ ਪਰਮਾਤਮਾ ਦੀ ਭਗਤੀ ਪੱਕੀ ਟਿਕਾ ਦਿੱਤੀ ਹੈ, ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ। ਰਹਾਉ ਰੁਕ ਜਾਣਾ। ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ। ਬ੍ਰਹਮਾ ਦੀ ਰਚਨਾ ਹੋਈ ਬਾਣੀ, ਬ੍ਰਹਮਾ ਦੀ ਰਚੀ ਹੋਈ ਬਾਣੀ, ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਰੱਖਦੀ ਹੈ, ਮਾਇਆ ਦੇ ਜੰਜਾਲ ਵਿੱਚ ਹੀ ਰੱਖਦੀ ਹੈ। ਪੜ੍ਹ ਵਾਦ ਵਿਖਾਣੇ ਸਿਰ ਮਾਰੇ ਜਮਕਾਲਾ। ਕਿਉਂਕਿ ਉਸ ਨੂੰ ਪੜ੍ਹ ਕੇ ਵਿਦਵਾਨ ਪੰਡਤ ਬਹਿਸ ਹੀ ਕਰਦੇ ਹਨ, ਉਹਨਾਂ ਦੇ ਸਿਰ 'ਤੇ ਆਤਮਕ ਮੌਤ ਆਪਣੀ ਚੋਟ ਕਾਇਮ ਰੱਖਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 231 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ? ਤਤ ਨਾ ਚੀਨੈ ਬੰਨ੍ਹੈ ਪੰਡ ਪਰਾਲਾ। ਉਹ ਅਸਲੀਅਤ ਜੀਵਨ ਮਨੋਰਥ ਨੂੰ ਨਹੀਂ ਪਛਾਣਦੇ। ਉਹ ਧਾਰਮਿਕ ਚਰਚਾ ਦੀਆਂ ਪਰਾਲੀਆਂ ਦੀਆਂ ਪੰਡਾਂ ਹੀ ਆਪਣੇ ਸਿਰ ਉੱਤੇ ਬੰਨ੍ਹੀ ਰੱਖਦੇ ਹਨ। ਮਨਮੁਖ ਅਗਿਆਨ ਕੁਮਾਰੰ ਪਾਏ। ਭਾਵੇਂ ਉਹ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਨਾਲ ਜਾਣ ਪਛਾਣ ਤੋਂ ਸੱਖਣੇ ਭਾਵ ਵਾਂਝੇ ਰਹਿ ਜਾਂਦੇ ਹਨ। ਸੱਖਣੇ ਰਹਿਣ ਕਾਰਨ ਗਲਤ ਜੀਵਨ ਰਾਹ 'ਤੇ ਪੈ ਰਹਿੰਦੇ ਹਨ। ਗੁਰੂ ਦੇ ਮੱਤ ਬਿਨਾਂ ਉਹ ਗਲਤ ਰਸਤੇ 'ਤੇ ਚੱਲਦੇ ਹਨ, ਸਹੀ ਰਸਤਾ ਉਹਨਾਂ ਨੂੰ ਨਹੀਂ ਮਿਲਦਾ। ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਏ। ਉਹ ਪਰਮਾਤਮਾ ਦਾ ਨਾਮ ਤਾਂ ਭੁਲਾ ਦਿੰਦੇ ਹਨ, ਪਰ ਹੋਰ ਵਰਤ ਨੇਮ ਆਦਿਕ ਅਨੇਕਾਂ ਕਰਮ ਕਰਨ ਦੀ ਪੱਕਿਆਈ ਕਰਦੇ ਹਨ। ਭਾਵ ਹੋਰ ਕਰਮਾਂ ਵਿੱਚ ਜੁੱਟ ਜਾਂਦੇ ਹਨ, ਪੱਕੇ ਕਰਨ ਲੱਗ ਪੈਂਦੇ ਨੇ, ਹੋਰ ਕਰਮਾਂ 'ਚ ਲੱਗ ਜਾਂਦੇ ਹਨ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ। ਭਵ ਜਲ ਡੁੱਬੈ ਦੂਜੇ ਪਾਏ। ਅਜਿਹੇ ਮਨੁੱਖ ਪਰਮਾਤਮਾ ਤੋਂ ਬਿਨਾਂ ਹੋਰ ਪਿਆਰ ਵਿੱਚ ਫਸੇ ਰਹਿਣ ਕਰਕੇ ਸੰਸਾਰ ਸਮੁੰਦਰ ਵਿੱਚ ਡੁੱਬੇ ਰਹਿੰਦੇ ਹਨ, ਵਿਕਾਰਾਂ ਵਿੱਚ ਫਸੇ ਰਹਿੰਦੇ ਹਨ। ਮਾਇਆ ਕਾ ਮੁਹਤਾਜ ਪੰਡਤ ਕਹਾਵੈ। ਬ੍ਰਹਮ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ ਮਾਇਆ ਦੀ ਤ੍ਰਿਸ਼ਨਾਲੂ ਰਹਿੰਦਾ ਹੈ, ਹੋਇਆ ਵੀ ਆਪਣੇ ਆਪ ਨੂੰ ਪੰਡਤ ਖਵਾਉਂਦਾ ਹੈ। ਵੇਖਿਆ ਰਾਤਾ ਬਹੁਤ ਦੁੱਖ ਪਾਵੈ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਅੰਤਰ ਆਤਮੇ ਨੂੰ ਉਹ ਬਹੁਤ ਦੁੱਖ ਸਹਿੰਦਾ ਰਹਿੰਦਾ ਹੈ। ਜਮ ਕਾ ਗਲ ਜੇਵੜਾ ਨਿਤ ਕਾਲ ਸਤਾਵੈ। ਉਸ ਦੇ ਗਲ ਵਿੱਚ ਆਤਮਕ ਮੌਤ ਦਾ ਫਾਹਾ ਪਿਆ ਰਹਿੰਦਾ ਹੈ। ਆਤਮਕ ਮੌਤ ਉਸ ਨੂੰ ਸਦਾ ਦੁਖੀ ਰੱਖਦੀ ਹੈ। ਗੁਰਮੁਖ ਜਮਕਾਲ ਨੇੜ ਨਾ ਆਵੈ। ਪਰ ਆਤਮਕ ਮੌਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਨੇੜ ਨਹੀਂ ਢੁਕਦੀ। ਹਉਮੈ ਦੂਜਾ ਸ਼ਬਦ ਜਲਾਵੈ। ਉਹ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਸਾੜ ਦਿੰਦੇ ਹਨ। ਨਾਮੇ ਰਾਤੈ ਹਰ ਗੁਣ ਗਾਵੈ। ਉਹ ਪਰਮਾਤਮਾ ਦੇ ਨਾਮ ਵਿੱਚ ਹੀ ਰੰਗਿਆ ਰਹਿ ਕੇ
ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ। ਜਿਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ ਅਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਚਰਨੀ ਲਾਗੈ ਤਾਂ ਮੈਲ ਪਾਵੈ। ਜਿਹੜੇ ਮਨੁੱਖ ਉਹਨਾਂ ਭਗਤ ਜਨਾਂ ਦੇ ਚਰਨੀ ਲੱਗਦਾ ਹੈ, ਉਹ ਵੀ ਪ੍ਰਭੂ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ। ਸਦਾ ਹੀ ਨਿਰਮਲ ਸਹਿਜ ਸਮਾਵੈ। ਉਹ ਵੀ ਸਦਾ ਹੀ ਪਵਿੱਤਰ ਮਨ ਵਾਲਾ ਹੋ ਜਾਂਦਾ ਹੈ ਅਤੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਹਰ ਕਥਾ ਸੁਨਾਹੇ ਸੇ ਧਨਵੰਤ ਦਿਸੈ। ਜੁਗ ਮਾਹੀ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਦੇ ਹਨ, ਉਹ ਜਗਤ ਵਿੱਚ ਪ੍ਰਤੱਖ ਧਨਾੜ ਦਿਸਦੇ ਹਨ। ਧਨਾੜ ਮਣਾ ਅਮੀਰ ਦਿਸਦੇ ਹਨ। ਉਹ ਮਾਇਆ ਦੀ ਤ੍ਰਿਸ਼ਨਾ ਵਿੱਚ ਨਹੀਂ ਭਟਕਦੇ ਫਿਰਦੇ। ਤਿਨ ਕੋ ਸਭ ਨਿਵੈ ਅਣ ਦਿਨ ਪੂਜ ਕਰਾਈ। ਤਿਨ ਕੋ ਸਭ ਨਿਵੈ ਅਣ ਦਿਨ ਪੂਜ ਕਰਾਈ। ਸਾਰੇ ਲੋਕ ਉਹਨਾਂ ਅੱਗੇ ਨਿਉਂਦੇ ਹਨ, ਝੁਕਦੇ ਹਨ ਅਤੇ ਹਰ ਵੇਲੇ ਉਹਨਾਂ ਦਾ ਆਦਰ ਸਤਿਕਾਰ ਕਰਦੇ ਹਨ। ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ। ਕਿਉਂਕਿ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਆਪਣੇ ਮਨ ਵਿੱਚ ਚੇਤੇ ਕਰੀ ਰੱਖਦੇ ਹਨ। ਪੂਰੇ ਸਤਿਗੁਰ ਸ਼ਬਦ ਸੁਨਾਇਆ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣਾਈ ਹੈ, ਤ੍ਰੈ ਗੁਣ ਮੇਟੈ ਚੌਥੇ ਚਿਤ ਲਾਇਆ। ਉਸ ਨੇ ਆਪਣੇ ਅੰਦਰੋਂ ਮਾਇਆ ਦੇ ਤਿੰਨੇ ਗੁਣਾਂ ਦਾ ਪ੍ਰਭਾਵ ਮਿਟਾ ਲਿਆ ਹੈ। ਉਸ ਨੇ ਆਪਣੇ ਮਨ ਉਸ ਆਤਮਿਕ ਅਵਸਥਾ ਵਿੱਚ ਟਿਕਾ ਲਿਆ ਹੈ ਜਿੱਥੇ ਮਾਇਆ ਦੇ ਤਿੰਨੇ ਗੁਣ ਆਪਣਾ ਅਸਰ ਨਹੀਂ ਪਾ ਸਕਦੇ। ਨਾਨਕ ਹੋਮੇ ਮਾਰ ਭ੍ਰਮ ਮਿਲਾਇਆ। ਹੇ ਨਾਨਕ, ਗੁਰੂ ਨੇ ਉਸ ਦੇ ਅੰਦਰੋਂ ਹੋਮੇ ਮਾਰ ਕੇ ਉਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਹੈ। ਨਾਨਕ ਹੋਮੇ ਮਾਰ ਭ੍ਰਮ ਮਿਲਾਇਆ। ਹੇ ਨਾਨਕ, ਗੁਰੂ ਨੇ ਉਸ ਦੇ ਅੰਦਰੋਂ ਹੋਮੇ ਭਾਵ ਮੈਂ ਮੇਰੀ ਖਤਮ ਕਰ ਦਿੱਤੀ ਹੈ ਅਤੇ ਉਸ ਨੂੰ ਆਪਣੇ ਨਾਮ ਨਾਲ ਜੋੜ ਲਿਆ ਹੈ। ਉਸਨੇ ਪਰਮਾਤਮਾ ਨਾਲ ਮਿਲਾ ਦਿੱਤਾ ਹੈ, ਪਰਮਾਤਮਾ 'ਚ ਇੱਕਮਿਕ ਕਰ ਦਿੱਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਅੱਗੇ ਆਪਾਂ ਵਿਚਾਰ ਅਗਲੀ ਵੀਡੀਓ 'ਚ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਕਰਦੇ, ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਕਰਦੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦੇ। ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਨੇ। ਗੁਰੂ ਪਿਆਰੀ ਸਾਧ ਸੰਗਤ ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।